ਅੱਜ ਖਾਲਸਾ ਸਿਰਜਣਾ ਦਿਵਸ ਵਿਸਾਖੀ ਦਾ ਪਾਵਨ ਗੁਰਪੁਰਬ ਹੈ। ਅੱਜ ਦੇ ਇਸ ਪਵਿੱਤਰ ਮੌਕੇ ਤੇ ਇਸ ਪਵਿੱਤਰ ਦਿਨ ਸੰਸ ਬਾਈ ਟੀਵੀ ਦੇ ਇਸ ਪਲੇਠੇ ਪ੍ਰੋਗਰਾਮ ਨੂੰ ਸਾਰੇ ਸੰਸਾਰ ਵਿੱਚ ਵੇਖ ਸੁਣ ਰਹੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਲਾਂਬਾ ਗੁਰਚਰਨਜੀਤ ਸਿੰਘ ਵੱਲੋਂ ਬਾਅਦਬ ਜੀ ਆਇਆਂ ਨੂੰ ਅਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਵਿੱਤਰ ਦਿਨ 1 ਵਿਸਾਖ 1699 ਨੂੰ ਖਾਲਸਾ ਪੰਥ ਦੀ ਸਿਰਜਣਾ ਹੋਈ। ਇਹ ਜਿਹੜਾ ਪੰਥ ਸੀ ਆਗਿਆ ਪਈ ਅਕਾਲ ਕੀ, ਉਸ ਦੇ ਨਾਲ ਇਹ ਪੰਥ ਬਣਾਇਆ ਗਿਆ। ਪੰਥ ਨੇ 1699 ਤੋਂ ਲੈ ਕੇ 1947 ਤੱਕ ਜੋ ਸਫ਼ਰ ਤੈਅ ਕੀਤਾ, ਉਸ ਵਿੱਚ ਪੰਥ ਔਰ ਪੰਥ ਸਾਹਮਣੇ ਰਿਹਾ, ਪਰ ਹਾਲਾਤ ਬਦਲੇ। ਅਸੀਂ ਹੌਲੇ ਬਹੁਤ ਕੁਝ ਗਵਾ ਬੈਠੇ, ਕਈ ਕੁਝ ਪ੍ਰਾਪਤ ਕੀਤਾ, ਪਰ ਕੀ ਪਾਇਆ ਕੀ ਗਵਾਇਆ, ਇਸ ਦੀ ਸਵੈ ਪੜਚੋਲ ਬਹੁਤ ਜ਼ਰੂਰੀ ਹੁੰਦੀ ਹੈ। ਇਸ ਦੇ ਬਾਰੇ ਇਸ ਤੋਂ ਸਮਰਪਿਤ ਇਸ ਚੈਨਲ ਰਾਹੀਂ ਅਸੀਂ ਤੁਹਾਡੇ ਨਾਲ ਪੰਥ ਦੇ ਵੱਖ-ਵੱਖ ਮਕਸਦ, ਇਸ ਦੇ ਨਿਸ਼ਾਨੇ, ਇਸ ਦੀਆਂ ਪ੍ਰਾਪਤੀਆਂ, ਇਸ ਦੀਆਂ ਕਮੀਆਂ, ਇਸ ਦੇ ਦਸਤਾਵੇਜ਼, ਇਹਦੇ ਸਫ਼ਰ, ਕਿਉਂਕਿ ਇਸ ਸਫ਼ਰ ਨੇ ਨਾ ਕੇਵਲ ਪੂਰੇ ਖਿੱਤੇ ਦਾ ਭੂਗੋਲ ਹੀ ਤਬਦੀਲ ਕੀਤਾ, ਬਲਕਿ ਉਸ ਦਾ ਇਤਿਹਾਸ ਵੀ ਬਦਲ ਕੇ ਰੱਖ ਦਿੱਤਾ। ਔਰ ਇਹ ਇੱਕ ਅਦੁੱਤੀ ਇਤਿਹਾਸ ਹੈ, ਇੱਕ ਅਦੁੱਤੀ ਕਰਾਮਾਤ ਹੈ ਜੋ ਇਸ ਖਿੱਤੇ ਵਿੱਚ ਵਾਪਰੀ, ਜੋ ਇਸ ਤੋਂ ਪਹਿਲਾਂ ਕਦੀ ਨਹੀਂ ਹੋਇਆ। ਇਸ ਪੰਥ ਦੇ ਸਾਰੇ ਮੁੱਦਿਆਂ ਨੂੰ, ਸਾਰੇ ਆਯਾਮ ਨੂੰ, ਸਾਰੀ ਡਾਇਮੈਂਸ਼ਨਸ ਨੂੰ ਇੱਕ ਗੱਲ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਪੜਚੋਲਿਆ ਨਹੀਂ ਗਿਆ, ਨਾ ਤਾਂ ਦੱਸਿਆ ਗਿਆ ਔਰ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਔਰ ਉਹ ਜਿਹੜੇ ਰਾਜਨੀਤਿਕ, ਪੰਥਕ, ਸਮਾਜਿਕ ਦਸਤਾਵੇਜ਼ ਹਨ, ਉਹਨਾਂ ਨੂੰ ਵੀ ਦਰਕਿਨਾਰ ਕੀਤਾ ਗਿਆ। ਸੋ ਇਹਨਾਂ ਚੀਜ਼ਾਂ ਦੇ ਬਾਰੇ ਸਮੇਂ ਦੇ ਉੱਤੇ ਆਪ ਨਾਲ ਜ਼ਰੂਰ ਵਿਚਾਰ ਕਰਾਂਗੇ। ਕਿਹਾ ਜਾਂਦਾ ਹੈ ਕਿ ਪ੍ਰੋਗਰਾਮ ਦੀ ਆਰੰਭਤਾ ਤੋਂ ਪਹਿਲੇ ਆਪਣੀ ਜਾਣ ਪਛਾਣ, ਇੰਟਰੋਡਕਸ਼ਨ ਜਾਂ ਤਾਰਫ ਖਾਸ ਕਰਾਇਆ ਜਾਏ। ਸ਼ਾਇਦ ਇਹ ਸਭ ਤੋਂ ਔਖਾ ਕੰਮ ਹੁੰਦਾ ਹੈ, ਆਪਣੇ ਬਾਰੇ ਆਪਣੀ ਜਾਣ ਪਛਾਣ ਖੁਦ ਕਰਾਣੀ। ਬਾਬਾ ਬੁੱਲੇ ਸ਼ਾਹ ਨੂੰ ਵੀ ਕਿਹਾ, ਜਦੋਂ ਤੁਸੀਂ ਆਪਣੀ ਜਾਣ ਪਛਾਣ ਕਰਾਓ, ਤਾਂ ਉਹਨਾਂ ਨੇ ਕਿਹਾ, ਕੀ ਜਾਣਾ ਮੈਂ ਕੌਣ, ਬੁੱਲਾ ਕੀ ਜਾਣਾ। ਗਾਲਿਬ ਨੂੰ ਜਦੋਂ ਕਿਹਾ ਕਿ ਤੁਸੀਂ ਵੀ ਆਪਣੇ ਬਾਰੇ ਦੱਸੋ, ਤਾਂ गालिब ਦਾ ਕਹਿਣਾ ਸੀ, वो हमसे पूछते हैं कि बताओ गालिब कौन है, कोई हमें बताए कि हम उन्हें बतलाएं क्या। और उन्हें कह ही देता, आदमी तो वो अच्छा है पर बदनाम बहुत था। खैर, ਜਿਹੜੀ ਨਿੱਜੀ ਜ਼ਿੰਦਗੀ ਦਾ ਥੋੜਾ ਜਿਹਾ ਉਹ ਆਪ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਪਿਤਾ ਜੀ ਫੌਜ ਵਿੱਚ ਸਨ। ਜਨਮ ਮੇਰਾ 1949 ਦਾ ਹੈ ਔਰ ਫੌਜ ਦੇ ਦੌਰਾਨ ਉਹਨਾਂ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਬਦਲੀ ਹੁੰਦੀ ਰਹੀ। ਉਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਜਾਣਾ ਪਿਆ ਔਰ ਉਸ ਦੇ ਬਾਅਦ ਪਟਨਾ ਸਾਹਿਬ ਵਿੱਚ ਜਦੋਂ ਪਿਤਾ ਜੀ ਰਿਟਾਇਰ ਹੋ ਗਏ ਫੌਜ ਵਿੱਚੋਂ ਤੇ ਪਟਨਾ ਸਾਹਿਬ ਵਿੱਚ ਮੁਕਾਮ ਕੀਤਾ, ਉੱਥੋਂ ਹੀ ਸਾਰੀ ਪੜ੍ਹਾਈ ਕੀਤੀ, ਵਕਾਲਤ ਕੀਤੀ, ਵਕਾਲਤ ਦੀ ਡਿਗਰੀ ਲਈ ਔਰ ਵਕਾਲਤ ਕੀਤੀ। ਕਈ ਦਹਾਕੇ ਵਕਾਲਤ ਕਰਕੇ 1986 ਦੇ ਵਿੱਚ ਪਟਨਾ ਸਾਹਿਬ ਤੋਂ ਜਲੰਧਰ ਔਰ 2008 ਦੇ ਵਿੱਚ ਜਲੰਧਰ ਤੋਂ ਇੱਥੇ ਅਮਰੀਕਾ ਦੇ ਵਿੱਚ, ਅੱਜ ਕੱਲ੍ਹ ਅਮਰੀਕਾ ਦੇ ਵਿੱਚ ਕਾਇਮ ਮੁਕਾਮ। ਔਰ ਪਰ ਇਸ ਦੌਰਾਨ, ਇਸ ਸਾਰੀ ਜੀਵਨ ਦੇ ਦੌਰਾਨ ਸ਼ੁਰੂ ਤੋਂ ਹੀ, ਬਚਪਨ ਤੋਂ ਹੀ ਇੱਕ ਚੇਟਕ ਲੱਗੀ ਰਹੀ, ਉਹ ਸੀ ਸਿੱਖ ਇਤਿਹਾਸ, ਗੁਰਮਤ, ਗੁਰਬਾਣੀ ਔਰ ਗੁਰ ਇਤਿਹਾਸ ਨੂੰ ਪੜ੍ਹਨ ਦੀ। ਤਕਰੀਬਨ 5-6 ਸਾਲ ਦੀ ਉਮਰ ਦੇ ਵਿੱਚ ਹੀ ਫੌਜ ਦੇ ਵਿੱਚ ਰੈਕ੍ਰੀਏਸ਼ਨਲ ਸੈਂਟਰ ਸੀ, ਉੱਥੇ ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਦੇ ਉਹ ਸਾਰੇ ਗ੍ਰੰਥ ਤਕਰੀਬਨ ਪੜ੍ਹ ਲਏ, ਪੰਜਾਬੀ ਘਰੋਂ ਹੀ ਸਿੱਖੀ। ਪਰ ਉਸ ਦੌਰਾਨ, ਇਸ ਦੇ ਬਾਅਦ ਪੰਥਕ ਲਿਟਰੇਚਰ ਨੂੰ ਸਮਝਣ ਔਰ ਫਿਰ ਐਕਟਿਵਲੀ
ਕਈ ਮੁੱਦਿਆਂ ਨੂੰ ਚੁੱਕਣ ਦਾ ਮੌਕਾ ਮਿਲਿਆ ਔਰ ਇਸ ਕਾਰਜ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਡੈਜ਼ਿਗਨੇਟਡ ਇਨਵਾਇ ਦਾ ਖਿਤਾਬ ਦਿੱਤਾ ਗਿਆ। ਬਾਹਰ ਕੰਮ ਕਰਨ ਲਈ ਕਈ ਮੁਲਕਾਂ ਦੇ ਵਿੱਚ ਵੱਖ-ਵੱਖ ਧਰਮਾਂ ਦੇ ਉਹਨਾਂ ਦੇ ਸੈਮੀਨਾਰਸ ਵਿੱਚ ਉਹਨਾਂ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਸਮਝਣ ਦਾ ਮੌਕਾ ਮਿਲਿਆ। ਤੇ ਇਸ ਦੇ ਲਈ ਇਹ ਜਿਹੜੀ ਇੰਟਰਫੇਥ ਹੈ, ਇਸ ਦੀ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਜਿਹੜਾ ਗੁਰੂ ਸਾਹਿਬ ਨੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ, ਏਕ ਪਿਤਾ ਏਕਸ ਕੇ ਹਮ ਬਾਰਕ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ, ਜਾਂ ਤੇ ਛੂਟ ਗਿਓ ਭ੍ਰਮ ਉਰਕਾ ਤਿਸ ਆਗੇ ਹਿੰਦੂ ਕਿਆ ਤੁਰਕਾ, ਉਹਦੇ ਅੱਗੇ ਕੋਈ ਵਿਤਕਰਾ ਨਹੀਂ ਹੋ ਸਕਦਾ। ਇਸੇ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਔਰ ਉਸ ਦੇ ਬਾਅਦ ਤਾਂ ਸ਼ਹੀਦੀਆਂ ਦੀ ਲੜੀ ਲੱਗ ਗਈ। ਸੋ ਇਸ ਚੈਨਲ ਰਾਹੀਂ ਕੋਸ਼ਿਸ਼ ਕਰਾਂਗੇ ਪੰਥ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ਤੇ ਬੇਬਾਕੀ ਦੇ ਨਾਲ, ਜਿਵੇਂ ਕੁਝ ਪੁਸਤਕਾਂ ਲਿਖੀਆਂ ਔਰ ਜਿਹਨੂੰ ਪੰਥ ਨੇ ਵੇਖਿਆ ਕਿ ਉਹ ਪੂਰੇ ਹੀ ਇਮਾਨਦਾਰੀ ਔਰ ਬੇਬਾਕੀ ਦੇ ਨਾਲ ਲਿਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਕ ਖਤ ਭਾਈ ਤਾਰੂ ਸਿੰਘ ਦੇ ਵਾਰਸ ਦੇ ਨਾਮ, ਖੂਬ ਤੇਰੀ ਪਗੜੀ, ਜਿਸ ਨੂੰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਦਿ ਨੇ ਵੱਡੀ ਗਿਣਤੀ ਵਿੱਚ ਛਾਪਿਆ। ਔਰ ਇਸ ਦੇ ਇਲਾਵਾ 2 ਵੱਡੀਆਂ ਪੁਸਤਕਾਂ, ਪੰਥਕ ਨਜ਼ਰ ਜਿਹੜੇ ਸੰਤ ਸਿਪਾਹੀ ਦੇ 10 ਸਾਲ ਦੇ ਐਡੀਟਰ ਰਹਿੰਦਿਆਂ ਜਿਹੜੇ ਐਡੀਟੋਰੀਅਲ ਸਨ ਉਸ ਦੇ ਬਾਰੇ, ਔਰ ਸਿੱਖ ਰਹਿਤ ਮਰਿਆਦਾ ਦੀ ਪਹਿਲੀ ਵਾਰ ਇੱਕ ਟ੍ਰੀਟਸ, ਇੱਕ ਕਮੈਂਟਰੀ, ਜਿਸ ਨੂੰ ਲੀਗਲ ਕਮੈਂਟਰੀ ਕਿਹਾ ਜਾ ਸਕਦਾ ਹੈ, ਜਿਸ ਨੂੰ ਸਮੁੱਚੇ ਪੰਥ ਨੇ ਆਪਣੀ ਅਸੀਸ ਦਿੱਤੀ ਹੈ। ਸੋ ਇਹ ਹਨ ਔਰ ਕੁਝ ਪ੍ਰੋਜੈਕਟਸ ਹਨ ਜਿਨ੍ਹਾਂ ਤੇ ਕੰਮ ਕੀਤਾ ਜਾ ਰਿਹਾ ਹੈ, ਉਹ ਸਾਰੇ ਤੁਹਾਡੇ ਸਾਹਮਣੇ ਹਨ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ। ਸੋ ਤੁਹਾਡੀ ਅਸੀਸ ਦਾ ਮੁੰਤਜ਼ਰ ਹਾਂ। ਔਰ ਇੱਕ ਚੀਜ਼ ਜਿਹੜੀ ਮੰਗੀ ਜਾਂਦੀ ਹੈ ਉਹ ਹੈ, ਅਰਦਾਸ ਵਿੱਚ ਕਹਿੰਦੇ ਹਾਂ, ਰੱਛਿਆ ਰਿਆਇਤ, ਰੱਛਿਆ ਵੀ ਔਰ ਝੋਲੀ ਦੇ ਵਿੱਚ ਰਿਆਇਤ ਦੀ ਮੰਗ ਵੀ। ਸੋ ਅਸੀਸ ਦਿਓ ਕਿ ਇਸ ਪ੍ਰੋਗਰਾਮ ਨੂੰ ਪੰਥ ਦੇ ਪੰਥਕ ਹਿੱਤਾਂ ਦੇ ਵਿੱਚ ਪੰਥ ਨੂੰ ਸਮਰਪਿਤ ਹੋ ਕੇ ਗੱਲ ਕਰ ਸਕੀਏ, ਕੋਈ ਨਿੱਜੀ ਭਾਵਨਾ ਨਾ ਹੋਏ, ਹੋਰ ਕੋਈ ਨਿੱਜ ਦੀ ਗੱਲ ਨਾ ਹੋਏ। ਇਹਨਾਂ ਲਫ਼ਜ਼ਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ, ਔਰ ਇੱਕ ਵਾਰ ਫਿਰ ਤੁਹਾਡੀ ਅਸੀਸ ਔਰ ਅਰਦਾਸ ਦੀ ਬੇਨਤੀ ਔਰ ਜੋਦੜੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।